ਦੁਨੀਆ ਨਵੇਂ ਸਾਲ 2024 ਦਾ ਸਵਾਗਤ ਕਰਨ ਲਈ ਪੱਬਾ ਭਾਰ ਹੈ। ਇਸ ਦੇ ਨਾਲ ਹੀ ਸਾਲ 2023 ਦੁਨੀਆ ਲਈ ਕਈ ਖੱਟੀਆਂ ਮਿੱਠੀਆਂ ਯਾਦਾਂ ਛੱਡ ਕੇ ਜਾਣ ਨੂੰ ਤਿਆਰ ਹੈ। ਅਮਰੀਕਾ ਲਈ ਵੀ ਸਾਲ 2023 ਬਹੁਤ ਸਾਰੇ ਸ਼ਾਨਦਾਰ ਸਿਆਸੀ ਪਲਾਂ ਅਤੇ ਘਟਨਾਵਾਂ ਦਾ ਗਵਾਹ ਰਿਹਾ। ਆਓ ਇਹਨਾਂ ਘਟਨਾਵਾਂ ਤੇ ਇੱਕ ਨਜ਼ਰ ਕਰਦੇ ਹਾਂ ਪੂਰੇ ਸਾਲ ਦੀਆਂ ਗਤੀਵਿਧੀਆਂ ਤੇ। ਅਮਰੀਕਾ 'ਚ ਸਭ ਤੋਂ ਵੱਡੀ ਹਿਲਜੁਲ ਇਸ ਸਾਲ ਰਾਸ਼ਟਰਪਤੀ ਚੋਣ ਦੀਆਂ ਸਰਗਰਮੀਆਂ ਨਾਲ ਜੁੜੀ ਰਹੀ। पूरा साल साबका राष्ट्रपति डोनाल्ड ट्रंप ने वड्डी लीड बनाई रखी है। साबका उपराष्ट्रपति माइक पेंस समेत उम्मीदवार आए अते चले गए। साउथ कैरोलिना की साबका गवर्नर निक्की हेली ने साल के अंत तक गति प्राप्त की अते उम्मीद है कि वह ट्रंप नाल मुकाबले च चंगा प्रदर्शन कर सकती है, खास करके न्यू हैम्पशायर विच। कुल मिला के जीओपी उम्मीदवारों ने मुख्य तौर पर दो वड्डे शुरुआती नामजद राज्यां विच टीवी विज्ञापना ते $240 मिलियन खर्च कीते ने। ट्रंप नूं 91 संघी अते राज अपराधिक मामलिਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵਿੱਚ ਸੰਯੁਕਤ ਰਾਜ ਨੂੰ ਧੋਖਾ ਦੇਣ ਦੀ ਸਾਜ਼ਿਸ਼ ਅਤੇ 2020 ਦੀਆਂ ਚੋਣਾਂ ਨੂੰ ਉਲਟਾਉਣ ਦੀ ਕੋਸ਼ਿਸ਼ ਕਰਕੇ ਇੱਕ ਅਪਰਾਧਿਕ ਉਦਮ ਵਿੱਚ ਸ਼ਾਮਿਲ ਹੋਣਾ ਅਤੇ ਨਾਲ ਹੀ ਵਰਗੀਕ੍ਰਿਤ ਦਸਤਾਵੇਜ਼ਾਂ ਦੇ ਕਾਰਨ ਰਾਸ਼ਟਰੀ ਰੱਖਿਆ ਦੀ ਜਾਣਕਾਰੀ ਨੂੰ ਜਾਣਬੁੱਝ ਕੇ ਰੱਖਣਾ ਸ਼ਾਮਿਲ ਹੈ, ਕਿਉਂਕਿ ਉਸਨੇ ਵਾਪਸ ਨਹੀਂ ਦਿੱਤਾ। ਸੰਯੁਕਤ ਰਾਜ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 25 ਅਗਸਤ ਦੀ ਸ਼ਾਮ ਨੂੰ ਅਟਲਾਂਟਾ ਦੀ ਫੁਲਟਨ ਕਾਉਂਟੀ ਜੇਲ੍ਹ ਵਿੱਚ ਰਸਮੀ ਤੌਰ ਤੇ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਉਸਨੇ ਆਪਣੇ ਆਪ ਨੂੰ ਜਾਰਜੀਆ ਦੇ ਅਧਿਕਾਰੀਆਂ ਕੋਲ ਪੇਸ਼ ਕੀਤਾ ਸੀ। ਟਰੰਪ ਨੂੰ ਜਾਰਜੀਆ ਵਿੱਚ 2020 ਦੇ ਚੋਣ ਨਤੀਜੇ ਨੂੰ ਉਲਟਾਉਣ ਦੇ ਉਸ ਦੇ ਕਥਿਤ ਯਤਨਾਂ ਨਾਲ ਜੁੜੇ ਧੋਖਾਧੜੀ ਅਤੇ ਸਾਜ਼ਿਸ਼ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਉਹ ਜੋ ਬਾਈਡਨ ਤੋਂ ਹਾਰ ਗਿਆ ਸੀ। ਦੋਸ਼ਾਂ ਵਿੱਚ ਜਾਰਜੀਆ ਦੇ ਰੈਕੇਟੀਅਰ ਪ੍ਰਭਾਵਿਤ ਅਤੇ ਭ੍ਰਿਸ਼ਟ ਸੰਗਠਨਾਂ RICO ਐਕਟ ਦੀ ਉਲੰਘਣਾ ਕਰਨ ਦੇ ਨਾਲ-ਨਾਲ ਕਥਿਤ ਜਾਲਸਾਜ਼ੀ ਦੀਆਂ ਕੋਸ਼ਿਸ਼ਾਂ, ਇੱਕ ਜਨਤਕ ਅਧਿਕਾਰੀ ਦੀ ਨਕਲ ਅਤੇ ਝੂਠੇ ਬਿਆਨ ਅਤੇ ਦਸਤਾਵੇਜ਼ ਜਮ੍ਹਾਂ ਕਰਨ ਨਾਲ ਸੰਬੰਧਿਤ 6 ਸਾਜ਼ਿਸ਼ਾਂ ਸ਼ਾਮਿਲ ਨੇ। ਸਰੀਰ ਦੀ ਤਲਾਸ਼ੀ ਅਤੇ ਹੱਥਕੜੀ ਨੂੰ ਛੱਡ ਕੇ ਟਰੰਪ ਦੇ ਫਿੰਗਰਪ੍ਰਿੰਟ ਕੀਤੇ ਗਏ ਸਨ ਅਤੇ ਉਹਨਾਂ ਦਾ ਮਗ ਸ਼ਾਟ ਲਿਆ ਗਿਆ ਸੀ। ਉਸਨੇ ਆਪਣੇ ਨਿਊ ਜਰਸੀ ਗੋਲਫ ਕੋਰਸ ਨੂੰ ਵਾਪਸ ਇੱਕ ਪ੍ਰਾਈਵੇਟ ਜੈਟ ਤੇ ਰਵਾਨਾ ਹੋਣ ਤੋਂ ਪਹਿਲਾਂ ਜੇਲ੍ਹ ਵਿੱਚ ਕੁੱਲ 20 ਮਿੰਟ ਬਿਤਾਏ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਾਰਚ ਵਿੱਚ ਇਤਿਹਾਸ ਰਚਿਆ। ਉਹ ਪਹਿਲੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਣ ਗਏ ਜਿਨ੍ਹਾਂ ਉੱਤੇ ਕਦੇ ਕਿਸੇ ਅਪਰਾਧ ਦਾ ਦੋਸ਼ ਲਗਾਇਆ ਗਿਆ ਸੀ, ਜਦੋਂ ਉਸ ਨੂੰ ਨਿਊਯਾਰਕ ਦੀ ਗ੍ਰੈਂਡ ਜਿਊਰੀ ਦੁਆਰਾ ਦੋਸ਼ੀ ਠਹਿਰਾਇਆ ਗਿਆ ਸੀ। ਦੋਸ਼ਾਂ ਵਿੱਚ ਵਿਆਹ ਤੋਂ ਬਾਹਰ ਜਿਨਸੀ ਮੁਕਾਬਲੇ ਦੇ ਦਾਅਵਿਆਂ ਨੂੰ ਖਾਮੋਸ਼ ਕਰਨ ਲਈ 2016 ਦੀ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਕੀਤੇ ਗਏ ਭੁਗਤਾਨ ਸ਼ਾਮਿਲ ਸਨ। ਰਾਸ਼ਟਰਪਤੀ ਬਾਈਡਨ ਨੇ ਅਪ੍ਰੈਲ ਵਿੱਚ ਘੋਸ਼ਣਾ ਕੀਤੀ ਕਿ ਉਹ ਦੁਬਾਰਾ ਚੋਣ ਲੜ ਰਹੇ ਨੇ, ਬਾਵਜੂਦ ਇਸ ਦੇ ਕਿ ਉਹਨਾਂ ਦੀ ਦਰਮਿਆਨੀ ਪੋਲ ਸਟੈਂਡਿੰਗ ਹੈ ਅਤੇ ਬਹੁਤ ਸਾਰੇ ਅਮਰੀਕੀਆਂ ਦੇ ਮੰਨਣ ਦੇ ਬਾਵਜੂਦ ਕਿ ਉਹ ਰਾਸ਼ਟਰਪਤੀ ਬਣਨ ਲਈ ਬਹੁਤ ਬਜ਼ੁਰਗ ਹੋ ਗਏ ਨੇ। ਦੇਸ਼ ਬਾਈਡਨ ਅਤੇ ਟਰੰਪ ਦੇ 2020 ਦੇ ਦੁਬਾਰਾ ਮੈਚ ਵੱਲ ਧਿਆਨ ਦੇ ਰਿਹਾ ਹੈ, ਜਿਸ ਨਾਲ ਦੋਵੇਂ ਅਪ੍ਰਸਿੱਧ ਨੇ ਅਤੇ ਜਾਂ ਤਾਂ 80 ਸਾਲ ਦੀ ਉਮਰ ਦੇ ਨੇ ਜਾਂ ਨੇੜੇ ਨੇ। ਹੈਰੀ ਟਰੂਮੈਨ ਤੋਂ ਬਾਅਦ ਕਿਸੇ ਵੀ ਰਾਸ਼ਟਰਪਤੀ ਦੀ ਮੁੜ ਚੋਣ ਦੀ ਬੋਲੀ ਤੋਂ 11 ਮਹੀਨੇ ਪਹਿਲਾਂ ਬਾਈਡਨ ਦੀ ਸਭ ਤੋਂ ਘੱਟ ਪ੍ਰਵਾਨਗੀ ਰੇਟਿੰਗ ਹੈ ਅਤੇ ਟਰੰਪ ਨੂੰ ਵੀ ਘੱਟ ਪਸੰਦ ਕੀਤਾ ਗਿਆ ਹੈ। ਇਜ਼ਰਾਈਲ ਅਤੇ ਹਮਾਸ ਵਿਚਕਾਰ ਸਭ ਤੋਂ ਖੂਨੀ ਯੁੱਧ 7 ਅਕਤੂਬਰ ਨੂੰ ਸ਼ੁਰੂ ਹੋਇਆ, ਜਦੋਂ ਅੱਤਵਾਦੀਆਂ ਨੇ ਗਾਜ਼ਾ ਪੱਟੀ ਦੇ ਸਮੁੰਦਰੀ ਐਨਕਲੇਵ ਦੇ ਆਲੇ-ਦੁਆਲੇ ਦੀਆਂ ਕੰਧਾਂ ਨੂੰ ਤੋੜ ਦਿੱਤਾ। ਇਸ ਦੇ ਲੜਾਕਿਆਂ ਨੇ ਇਜ਼ਰਾਈਲ ਵਿੱਚ ਲਗਭਗ 1200 ਲੋਕਾਂ ਨੂੰ ਮਾਰ ਦਿੱਤਾ ਅਤੇ 200 ਤੋਂ ਵੱਧ ਹੋਰਾਂ ਨੂੰ ਬੰਧਕ ਬਣਾ ਲਿਆ। ਇਸ ਹਮਲੇ ਨੂੰ ਸਰਵਨਾਸ਼ ਤੋਂ ਬਾਅਦ ਯਹੂਦੀਆਂ ਦਾ ਇੱਕ ਦਿਨ ਦਾ ਸਭ ਤੋਂ ਭਿਆਨਕ ਕਤਲੇਆਮ ਦੱਸਿਆ ਗਿਆ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਜਵਾਬੀ ਹਵਾਈ ਹਮਲੇ ਦੀ ਇੱਕ ਵਿਸ਼ਾਲ ਮੁਹਿੰਮ ਸ਼ੁਰੂ ਕੀਤੀ। ਇਜ਼ਰਾਈਲੀ ਫੌਜਾਂ ਵੀ ਸਾਲਾਂ ਵਿੱਚ ਪਹਿਲੀ ਵਾਰ ਗਾਜ਼ਾ ਪੱਟੀ ਵਿੱਚ ਦਾਖਲ ਹੋਈਆਂ, ਗਾਜ਼ਾ ਸ਼ਹਿਰ ਵਿੱਚ ਚਲੇ ਗਏ ਅਤੇ ਗਲੀ ਤੋਂ ਗਲੀ ਲੜਾਈ ਲੜ ਰਹੇ ਨੇ। ਹਮਲੇ ਵਿੱਚ ਗਾਜ਼ਾ ਪੱਟੀ ਵਿੱਚ 21,300 ਤੋਂ ਵੱਧ ਫਲਸਤੀਨੀਆਂ ਦੀ ਮੌਤ ਹੋ ਗਈ। 2 ਮਿਲੀਅਨ ਤੋਂ ਵੱਧ ਵਸਨੀਕਾਂ ਦਾ ਘਰ ਵੀ ਇੱਕ ਇਜ਼ਰਾਈਲੀ ਘੇਰਾਬੰਦੀ ਦਾ ਸਾਹਮਣਾ ਕਰ ਰਿਹਾ ਹੈ, ਜੋ ਭੋਜਨ, ਬਾਲਣ, ਪਾਣੀ ਅਤੇ ਦਵਾਈਆਂ ਦੀ ਸਪਲਾਈ ਨੂੰ ਰੋਕ ਰਿਹਾ ਹੈ। ਅਮਰੀਕਾ ਚੀਨ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਜਿਵੇਂ ਹੀ 2023 ਸ਼ੁਰੂ ਹੋਇਆ, US ਚੀਨ ਤਣਾਅ ਘੱਟ ਹੁੰਦਾ ਜਾਪਦਾ ਸੀ। ਨਵੰਬਰ ਤੋਂ ਪਹਿਲਾਂ ਜੋ ਬਾਈਡਨ ਅਤੇ ਸ਼ੀ ਜਿਨਪਿੰਗ ਨੇ ਬਾਲੀ ਵਿੱਚ G20 ਸਿਖਰ ਸੰਮੇਲਨ ਦੇ ਹਾਸ਼ੀਏ ਤੇ ਇੱਕ ਲਾਭਕਾਰੀ ਮੀਟਿੰਗ ਕੀਤੀ ਸੀ। ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਨੇ ਫਰਵਰੀ ਵਿੱਚ ਬੀਜਿੰਗ ਦਾ ਦੌਰਾ ਕਰਨ ਲਈ ਤੈਅ ਕੀਤਾ ਸੀ, ਤਾਂ ਜੋ ਦੋਵਾਂ ਦੇਸ਼ਾਂ ਦੀ ਵੱਧਦੀ ਤਣਾਅ ਵਾਲੀ ਭੂ ਰਾਜਨੀਤਿਕ ਦੁਸ਼ਮਣੀ ਤੇ ਰੋਕ ਲਗਾਉਣ ਬਾਰੇ ਚਰਚਾ ਕੀਤੀ ਜਾ ਸਕੇ।
ਪਰ ਫਿਰ ਇੱਕ ਚੀਨੀ ਨਿਗਰਾਨੀ ਗੁਬਾਰਾ ਸੰਯੁਕਤ ਰਾਜ ਵਿੱਚ ਪ੍ਰਗਟ ਹੋਇਆ। ਇਹ ਇੱਕ ਹਫ਼ਤੇ ਲਈ ਪੂਰੇ ਦੇਸ਼ ਵਿੱਚ ਵਹਿ ਗਿਆ, ਜਦੋਂ ਕਿ ਇੱਕ US 에ਅਰ ਫੋਰਸ F-22 ਰੈਪਟਰ ਨੇ ਇਸ ਨੂੰ ਦੱਖਣੀ ਕੈਰੋਲੀਨਾ ਦੇ ਤੱਟ ਤੋਂ ਹੇਠਾਂ ਸੁੱਟ ਦਿੱਤਾ। ਬੀजिंग ਨੇ ਜ਼ੋਰ ਦੇ ਕੇ ਕਿਹਾ ਕਿ ਮੌਸਮ ਦੀ ਨਿਗਰਾਨੀ ਕਰਦੇ ਹੋਏ ਗੁਬਾਰੇ ਨੂੰ ਉਡਾ ਦਿੱਤਾ ਗਿਆ ਸੀ। ਇਹ ਸਪਸ਼ਟੀਕਰਨ ਸੰਯੁਕਤ ਰਾਜ ਨੇ ਰੱਦ ਕਰ ਦਿੱਤਾ। ਇਸ ਘਟਨਾ ਨੇ ਸੰਯੁਕਤ ਰਾਜ ਵਿੱਚ ਰਾਜਨੀਤਿਕ ਜਨੂਨ ਨੂੰ ਭੜਕਾਇਆ ਅਤੇ ਬਲਿੰਕਨ ਨੂੰ ਬੀजिंग ਦੀ ਆਪਣੀ ਯਾਤਰਾ ਨੂੰ ਮੁਲਤਵੀ ਕਰਨ ਲਈ ਪ੍ਰੇਰਿਤ ਕਰ ਦਿੱਤਾ। ਸਭ ਤੋਂ ਪਰੇਸ਼ਾਨ ਕਰਨ ਵਾਲੀ ਚੀਨੀ ਅਧਿਕਾਰੀਆਂ ਨੇ ਦੋ ਮਹਾਸ਼ਕਤੀਆਂ ਵਿਚਕਾਰ ਇੱਕ ਸਥਾਪਿਤ ਸੰਚਾਰ ਚੈਨਲ ਦੀ ਘਾਟ ਨੂੰ ਉਜਾਗਰ ਕਰਦੇ ਹੋਏ ਗੁਬਾਰੇ ਨੂੰ ਹੇਠਾਂ ਸੁੱਟੇ ਜਾਣ ਤੋਂ ਬਾਅਦ ਅਮਰੀਕੀ ਰੱਖਿਆ ਸਕੱਤਰ ਲਾਇਡ ਆਸਟਿਨ ਤੋਂ ਇੱਕ ਕਾਲ ਲੈਣ ਤੋਂ ਇਨਕਾਰ ਕਰ ਦਿੱਤਾ। ਬਲਿੰਕਨ ਨੇ ਆਖਿਰਕਾਰ ਜੂਨ ਵਿੱਚ ਬੀजिंग ਦੀ ਯਾਤਰਾ ਕੀਤੀ, ਜਿਸ ਨੂੰ ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਨੇ ਉਸਾਰੂ ਗੱਲਬਾਤ ਕਿਹਾ। ਉਹਨਾਂ ਗੱਲਬਾਤ ਨੇ ਵਾਸ਼ਿੰਗਟਨ ਨੂੰ ਚੀਨ ਨਾਲ ਵਪਾਰ ਤੇ ਵਾਧੂ ਪਾਬੰਦੀਆਂ ਲਗਾਉਣ ਤੋਂ ਨਹੀਂ ਰੋਕਿਆ ਜਾਂ ਬੀजिंग ਨੂੰ ਏਸ਼ੀਆ ਵਿੱਚ ਤਾਈਵਾਨ, ਫਿਲੀਪੀਨਜ਼ ਜਾਂ US ਫੌਜੀ ਬਲਾਂ ਦੀ ਪਰੇਸ਼ਾਨੀ ਨੂੰ ਘੱਟ ਕਰਨ ਲਈ ਮਨਾ ਲਿਆ। ਬਾਈਡਨ ਅਤੇ ਸ਼ੀ ਦੀ ਮੁਲਾਕਾਤ ਨਵੰਬਰ ਵਿੱਚ ਸੈਨ ਫਰਾਂਸਿਸਕੋ ਵਿੱਚ 2023 APEC ਲੀਡਰਸ ਫੋਰਮ ਦੇ ਨਾਲ ਹੋਈ ਸੀ। ਗੱਲਬਾਤ ਨੇ ਕੁਝ ਮਾਮੂਲੀ ਸਮਝੌਤੇ ਕੀਤੇ, ਪਰ ਕੋਈ ਵੱਡੀ ਸਫਲਤਾ ਨਹੀਂ ਮਿਲੀ। ਇੱਕ ਮੋਡਸ ਵਿਵੈਂਡੀ ਤੇ ਸਮਝੌਤਾ ਦੁਨੀਆ ਦੇ ਦੋ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਤੋਂ ਬਚਣਾ ਜਾਰੀ ਰੱਖਦਾ ਹੈ। ਐਲਨ ਮਸਕ ਨੇ ਖੁਲਾਸਾ ਕੀਤਾ ਕਿ ਟਵਿੱਟਰ ਜੁਲਾਈ ਵਿੱਚ X ਬਣ ਜਾਵੇਗਾ। ਹਰ ਚੀਜ਼ ਦੀ ਥਾਂ ਲੈ ਕੇ ਨਾਮ ਅਤੇ URL ਬਦਲ ਜਾਵੇਗਾ। ਟਵੀਟ ਪੋਸਟ ਬਣ ਜਾਵੇਗਾ। ਉਪਭੋਗਤਾਵਾਂ ਨੇ ਬ੍ਰਾਂਡਿੰਗ ਵਿੱਚ ਤਬਦੀਲੀ ਨੂੰ ਪਿੱਛੇ ਤੱਕ ਦਿੱਤਾ ਅਤੇ ਪ੍ਰਸਿੱਧ ਸੱਭਿਆਚਾਰ ਤੇ ਸੋਸ਼ਲ ਮੀਡੀਆ ਸਾਈਟ ਦਾ ਪ੍ਰਭਾਵ ਘਟਦਾ ਦਿਖਾਈ ਦਿੱਤਾ। ਮਸਕ ਦੇ ਟੇਕਓਵਰ ਤੋਂ ਬਾਅਦ ਕੰਪਨੀ ਨੂੰ ਗਲਤ ਜਾਣਕਾਰੀ ਦੇ ਦੋਸ਼ਾਂ ਹੇਠ ਇਸ਼ਤਿਹਾਰਬਾਜ਼ੀ ਵਿੱਚ ਮਹੱਤਵਪੂਰਨ ਨੁਕਸਾਨ ਝੱਲਣਾ ਪਿਆ ਹੈ ਅਤੇ ਵਰਤੋਂ ਵਿੱਚ ਗਿਰਾਵਟ ਦਾ ਸਾਹਮਣਾ ਕਰਨਾ ਪਿਆ ਹੈ। ਮਸਕ ਨੇ ਉਹਨਾਂ ਕੰਪਨੀਆਂ ਬਾਰੇ ਇੱਕ ਔਨ ਸਟੇਜ ਇੰਟਰਵਿਊ ਵਿੱਚ ਇੱਕ ਬੇਲੋੜੀ ਬਿਆਨਬਾਜ਼ੀ ਕੀਤੀ, ਜਿਨ੍ਹਾਂ ਨੇ X ਤੇ ਖਰਚ ਕਰਨਾ ਬੰਦ ਕਰ ਦਿੱਤਾ ਸੀ, ਇਹ ਦਾਅਵਾ ਕਰਦੇ ਹੋਏ ਕਿ ਬਾਹਰ ਕੱਢੇ ਗਏ ਇਸ਼ਤਿਹਾਰ ਦੇਣ ਵਾਲੇ ਬਲੈਕਮੇਲ ਵਿੱਚ ਸ਼ਾਮਲ ਸਨ ਅਤੇ ਅਪਮਾਨਜਨਕ ਸ਼ਬਦ ਦੀ ਵਰਤੋਂ ਕਰਦੇ ਹੋਏ ਜ਼ਰੂਰੀ ਤੌਰ ਤੇ ਉਹਨਾਂ ਨੂੰ ਚਲੇ ਜਾਣ ਲਈ ਕਿਹਾ। ਅਮਰੀਕਾ ਨੇ ਨਿਖਿਲ ਗੁਪਤਾ ਤੇ ਅਮਰੀਕਾ ਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਰੱਖਣ ਵਾਲੇ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਅਸਫਲ ਸਾਜ਼ਿਸ਼ ਵਿੱਚ ਭਾਰਤ ਸਰਕਾਰ ਦੇ ਇੱਕ ਕਰਮਚਾਰੀ ਨਾਲ ਕੰਮ ਕਰਨ ਦਾ ਦੋਸ਼ ਲਗਾਇਆ ਹੈ। ਭਾਰਤੀ ਮੂਲ ਦੇ ਨਿਖਿਲ ਗੁਪਤਾ ਨੂੰ ਕਥਿਤ ਤੌਰ ਤੇ ਅੱਤਵਾਦੀ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚਨ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ। ਨਿਊਯਾਰਕ ਵਿੱਚ ਅਮਰੀਕੀ ਅਟਾਰਨੀ ਡੈਮੀਅਨ ਵਿਲੀਅਮਜ਼ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, ਮੁਲਜ਼ਮ ਨੇ ਭਾਰਤ ਤੋਂ ਨਿਊਯਾਰਕ ਸ਼ਹਿਰ ਵਿੱਚ ਯਾਤਰਾ ਕਰ ਰਹੇ ਭਾਰਤੀ ਮੂਲ ਦੇ ਇੱਕ ਅਮਰੀਕੀ ਨਾਗਰਿਕ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚੀ, ਜੋ ਜਨਤਕ ਤੌਰ ਤੇ ਸਿੱਖਾਂ ਲਈ ਵੱਖਰੇ ਦੇਸ਼ ਦੀ ਵਕਾਲਤ ਕਰਦਾ ਹੈ। ਇਸ ਪੂਰੇ ਬਿਆਨ ਵਿੱਚ ਪੰਨੂ ਦਾ ਨਾਂ ਕਿਤੇ ਵੀ ਨਹੀਂ ਲਿਖਿਆ ਹੋਇਆ ਸੀ। ਅਮਰੀਕੀ ਨਿਆਂ ਵਿਭਾਗ ਨੇ ਇਸ ਪੂਰੇ ਮਾਮਲੇ ਸੰਬੰਧੀ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਨਿਖਿਲ ਗੁਪਤਾ ਕਤਲ ਦੀ ਸਾਜ਼ਿਸ਼ ਲਈ ਇੱਕ ਅਣਪਛਾਤੇ ਭਾਰਤੀ ਸਰਕਾਰੀ ਅਧਿਕਾਰੀ ਦੁਆਰਾ ਭਰਤੀ ਕੀਤੇ ਜਾਣ ਤੋਂ ਪਹਿਲਾਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਦਾ ਸੀ। ਪ੍ਰੈਸ ਰਿਲੀਜ਼ ਵਿੱਚ ਦੱਸਿਆ ਗਿਆ ਹੈ ਕਿ 52 ਸਾਲਾ ਨਿਖਿਲ ਗੁਪਤਾ ਭਾਰਤੀ ਨਾਗਰਿਕ ਹੈ। ਗੁਪਤਾ ਨੂੰ ਚੈੱਕ ਗਣਰਾਜ ਦੇ ਅਧਿਕਾਰੀਆਂ ਨੇ ਇਸ ਸਾਲ 30 ਜੂਨ ਨੂੰ ਅਮਰੀਕਾ ਅਤੇ ਚੈੱਕ ਗਣਰਾਜ ਦਰਮਿਆਨ ਦੁਵੱਲੀ ਹਵਾਲਗੀ ਸੰਧੀ ਤਹਿਤ ਗ੍ਰਿਫਤਾਰ ਕੀਤਾ ਸੀ। ਅਮਰੀਕੀ ਨਿਆਂ ਵਿਭਾਗ ਨੇ ਪ੍ਰੈਸ ਰਿਲੀਜ਼ 'ਚ ਕਿਹਾ ਕਿ ਭਾਰਤ 'ਚ ਬੈਠੇ CC1 ਦੇ ਇਸ਼ਾਰੇ ਤੇ ਨਿਖਿਲ ਗੁਪਤਾ ਨੇ ਕਤਲ ਲਈ ਕਾਤਿਲ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਨਿਖਿਲ ਇੱਕ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਇਆ ਜੋ ਅਪਰਾਧੀਆਂ ਨਾਲ ਜੁੜਿਆ ਹੋਇਆ ਸੀ, ਪਰ ਇਹ ਵਿਅਕਤੀ ਕਾਤਲ ਨਹੀਂ ਸਗੋਂ ਅਮਰੀਕੀ ਏਜੰਸੀਆਂ ਦਾ ਖੂਫੀਆ ਸੂਤਰ ਸੀ। ਇਸੇ ਸੂਤਰ ਨੇ ਨਿਖਿਲ ਗੁਪਤਾ ਦੀ ਜਾਣ ਪਛਾਣ ਇੱਕ ਵਿਅਕਤੀ ਨਾਲ ਕਰਵਾਈ, ਜਿਸ ਨੂੰ ਸੁਪਾਰੀ ਕਿਲਰ ਦੱਸਿਆ ਗਿਆ। ਇਹ ਸਰੋਤ ਅਤੇ ਸੁਪਾਰੀ ਕਿਲਰ ਦੋਵੇਂ ਗੁਪਤ ਏਜੰਟ ਸਨ। ਭਾਰਤ ਨੇ ਇਸ ਮਾਮਲੇ ਦੀ ਜਾਂਚ ਲਈ ਪਹਿਲਾਂ ਹੀ ਇੱਕ ਜਾਂਚ ਟੀਮ ਦਾ ਗਠਨ ਕੀਤਾ ਹੈ। ਭਾਰਤ ਅਤੇ ਕੈਨੇਡਾ ਦੇ ਕੂਟਨੀਤਿਕ ਸਬੰਧਾਂ ਵਿੱਚ 18 ਸਤੰਬਰ ਨੂੰ ਉਸ ਸਮੇਂ ਖਲਬਲੀ ਮਚ ਗਈ ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਾਅਵਾ ਕੀਤਾ ਕਿ ਉਹਨਾਂ ਉੱਤੇ ਜੂਨ ਵਿੱਚ ਖਾਲਿਸਤਾਨੀ ਵੱਖਵਾਦੀ ਨੇਤਾ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਵਿੱਚ ਭਾਰਤ ਦੀ ਸ਼ਮੂਲੀਅਤ ਦੇ ਭਰੋਸੇਯੋਗ ਦੋਸ਼ ਨੇ। ਉਸੇ ਦਿਨ ਕੈਨੇਡਾ ਨੇ ਇੱਕ ਭਾਰਤੀ ਡਿਪਲੋਮੈਟ ਨੂੰ ਕੱਢ ਦਿੱਤਾ, ਜਿਸ ਨਾਲ ਭਾਰਤ ਨੇ ਇੱਕ ਸੀਨੀਅਰ ਕੈਨੇਡੀਅਨ ਡਿਪਲੋਮੈਟ ਨੂੰ ਬਾਹਰ ਕੱਢ ਦਿੱਤਾ। ਭਾਰਤ ਨੇ ਇਹਨਾਂ ਦਾਅਵਿਆਂ ਨੂੰ ਬੇਹੂਦਾ ਕਰਾਰ ਦਿੰਦੇ ਹੋਏ ਇਨਕਾਰ ਕੀਤਾ ਅਤੇ ਕਿਹਾ ਕਿ ਇਹ ਕੈਨੇਡਾ ਵਿੱਚ ਸ਼ਰਨ ਲੈ ਰਹੇ ਖਾਲਿਸਤਾਨੀ ਅੱਤਵਾਦੀਆਂ ਅਤੇ ਕੱਟੜਪੰਥੀਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਸੀ। ਭਾਰਤ ਤੋਂ 41 ਕੈਨੇਡੀਅਨ ਡਿਪਲੋਮੈਟਾਂ ਨੂੰ ਵਾਪਸ ਬੁਲਾਏ ਜਾਣ ਅਤੇ ਭਾਰਤ ਦੇ 21 ਸਤੰਬਰ ਤੋਂ 22 ਨਵੰਬਰ ਦਰਮਿਆਨ ਲਗਭਗ 2 ਮਹੀਨਿਆਂ ਲਈ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਮੁਅੱਤਲ ਕਰਨ ਤੋਂ ਬਾਅਦ ਸਥਿਤੀ ਹੋਰ ਵਿਗੜ ਗਈ। ਹਾਲੀਵੁੱਡ ਦੇ ਰਾਈਟਿੰਗ ਰੂਮਾਂ ਤੋਂ ਲੈ ਕੇ ਆਟੋ ਫੈਕਟਰੀ ਦੇ ਫਰਸ਼ਾਂ ਤੱਕ ਯੂਨੀਅਨਾਂ ਨੇ ਇਸ ਸਾਲ ਮਜ਼ਦੂਰਾਂ ਲਈ ਸਟੈਂਡ ਲਿਆ। 15 ਸਾਲਾਂ ਵਿੱਚ ਪਹਿਲੀ ਵਾਰ
ਟੈਲੀਵਿਜ਼ਨ ਅਤੇ ਫਿਲਮ ਲੇਖਕਾਂ ਨੇ ਮਈ ਵਿੱਚ ਇੱਕ ਉਦਯੋਗ ਵਿਆਪੀ ਹੜਤਾਲ ਸ਼ੁਰੂ ਕੀਤੀ ਜਦੋਂ ਸਟੂਡੀਓਜ਼ ਨੇ ਉਹਨਾਂ ਦੀਆਂ ਕੰਟਰੈਕਟ ਮੰਗਾਂ ਨੂੰ ਪੂਰਾ ਕਰਨ ਤੋਂ ਇਨਕਾਰ ਕਰ ਦਿੱਤਾ। ਅਭਿਨੇਤਾ ਜੁਲਾਈ ਵਿੱਚ ਉਹਨਾਂ ਨਾਲ ਪਿਕੇਟ ਲਾਈਨਾਂ ਵਿੱਚ ਸ਼ਾਮਲ ਹੋਏ। ਇਹ ਪਹਿਲੀ ਵਾਰ ਸੀ ਜਦੋਂ ਦੋ ਯੂਨੀਅਨਾਂ WGA ਅਤੇ SAG ਅਫਟਰਾ 1960 ਤੋਂ ਬਾਅਦ ਇਕੱਠੇ ਹੜਤਾਲ ਤੇ ਸਨ। ਸਟੂਡੀਓ ਅਤੇ ਲੇਖਕ ਇੱਕ ਸੌਦੇ ਤੇ ਪਹੁੰਚੇ ਜਿਸ ਨਾਲ ਉਹਨਾਂ ਦੀ ਹੜਤਾਲ 26 ਸਤੰਬਰ ਨੂੰ ਸਮਾਪਤ ਹੋ ਗਈ ਅਤੇ ਅਦਾਕਾਰ ਨਵੰਬਰ ਵਿੱਚ ਇੱਕ ਹੜਤਾਲ ਸਮਾਪਤੀ ਸੌਦੇ ਤੇ ਪਹੁੰਚ ਗਏ। ਸਤੰਬਰ ਵਿੱਚ ਅਮਰੀਕਾ ਦੇ ਯੂਨੀਅਨਾਈਜ਼ਡ ਆਟੋ ਵਰਕਰਾਂ ਵਿੱਚੋਂ ਲਗਭਗ 10 ਵਿੱਚੋਂ ਇੱਕ ਨੇ ਡੈਟਰੋਇਟ ਦੇ 3 ਵਾਹਨ ਨਿਰਮਾਤਾਵਾਂ ਉੱਤੇ ਤਨਖਾਹ ਵਧਾਉਣ ਲਈ ਦਬਾਅ ਪਾਉਣ ਲਈ ਹੜਤਾਲ ਕੀਤੀ। ਰਾਸ਼ਟਰਪਤੀ ਜੋ ਬਾਈਡਨ ਨੇ ਇੱਕ ਆਧੁਨਿਕ ਰਾਸ਼ਟਰਪਤੀ ਦੁਆਰਾ ਸੰਗਠਿਤ ਮਜ਼ਦੂਰਾਂ ਦੇ ਸਮਰਥਨ ਦੇ ਇੱਕ ਬੇਮਿਸਾਲ ਪ੍ਰਦਰਸ਼ਨ ਵਿੱਚ ਹੜਤਾਲੀ ਵਰਕਰਾਂ ਦੇ ਨਾਲ ਪਿਕੇਟ ਲਾਈਨਾਂ ਨੂੰ ਮਾਰਿਆ। ਯੂਨਾਈਟਿਡ ਆਟੋ ਵਰਕਰਜ਼ ਨੇ ਅਕਤੂਬਰ ਦੇ ਅੰਤ ਤੱਕ ਜਨਰਲ ਮੋਟਰਜ਼, ਫੋਰਡ ਅਤੇ ਸਟੈਲੈਂਟਿਸ ਨਾਲ ਸੌਦੇ ਕੀਤੇ। ਅਮਰੀਕੀ ਫੈਕਟਰੀਆਂ ਵਿੱਚ ਕਰਮਚਾਰੀਆਂ ਲਈ ਵਾਧਾ ਸੁਰੱਖਿਅਤ ਕੀਤਾ। ਕੇ ਹੁਏ ਕੁਆਨ, ਇੱਕ ਸਾਬਕਾ ਬਾਲ ਕਲਾਕਾਰ ਜੋ ਹਾਲੀਵੁੱਡ ਤੋਂ ਗਾਇਬ ਹੋ ਗਿਆ ਸੀ, ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਐਵਰੀਥਿੰਗ ਐਵਰੀਵੇਅਰ ਆਲ ਐਟ ਵੰਸ ਵਿੱਚ ਆਪਣੇ ਪ੍ਰਦਰਸ਼ਨ ਲਈ ਸਰਵੋਤਮ ਸਹਾਇਕ ਅਭਿਨੇਤਾ ਦਾ ਆਸਕਰ ਜਿੱਤਿਆ। ਕੁਆਨ ਸਹਾਇਕ ਅਭਿਨੇਤਾ ਸ਼੍ਰੇਣੀ ਵਿੱਚ ਹੁਣ ਤੱਕ ਦਾ ਦੂਜਾ ਏਸ਼ੀਆਈ ਵਿਜੇਤਾ ਹੈ। ਵੀਅਤਨਾਮ ਵਿੱਚ ਜਨਮੇ ਅਭਿਨੇਤਾ ਜਿਸ ਦਾ ਪਰਿਵਾਰ 1970 ਦੇ ਦਹਾਕੇ ਦੇ ਅਖੀਰ ਵਿੱਚ ਕੈਲੀਫੋਰਨੀਆ ਵਿੱਚ ਆਵਾਜ਼ ਕਰ ਗਿਆ ਸੀ, ਨੇ ਸਭ ਤੋਂ ਪਹਿਲਾਂ 1980 ਦੇ ਦਹਾਕੇ ਦੀਆਂ ਬਹੁਤ ਮਸ਼ਹੂਰ ਫਿਲਮਾਂ ਇੰਡੀਆਨਾ ਜੋਨਸ ਐਂਡ ਦਾ ਟੈਂਪਲ ਆਫ ਡੂਮ ਅਤੇ ਦਾ ਗੋਨੀਜ਼ ਵਿੱਚ ਇੱਕ ਪ੍ਰੀ ਕਿਸ਼ੋਰ ਦੇ ਰੂਪ ਵਿੱਚ ਧਿਆਨ ਖਿੱਚਿਆ। ਭਾਰਤ ਚੰਦਰਮਾ ਦੇ ਦੱਖਣ ਧਰੁਵ ਦੇ ਨੇੜੇ ਸਫਲਤਾਪੂਰਵਕ ਉਤਰਨ ਵਾਲਾ ਪਹਿਲਾ ਦੇਸ਼ ਬਣ ਗਿਆ ਜੋ ਕਿ ਰੁੱਖੇ ਭੂਮੀ ਦਾ ਇੱਕ ਪਰਛਾਵਾਂ ਖੇਤਰ ਹੈ ਜਿੱਥੇ ਭਾਰਤ ਅਤੇ ਰੂਸ ਦੁਆਰਾ ਪਹਿਲਾਂ ਕੀਤੇ ਗਏ ਮਿਸ਼ਨ ਕ੍ਰੈਸ਼ਾਂ ਵਿੱਚ ਖਤਮ ਹੋਏ ਸਨ। ਭਾਰਤ ਦਾ ਚੰਦਰਯਾਨ 3 ਪੁਲਾੜ ਯਾਨ ਅਗਸਤ ਵਿੱਚ ਦੱਖਣੀ ਧਰੁਵ ਤੋਂ ਲਗਭਗ 370 ਮੀਲ ਹੇਠਾਂ ਛੂ ਗਿਆ ਸੀ। ਲੈਂਡਿੰਗ ਨੇ ਸਾਬਕਾ ਸੋਵੀਅਤ ਯੂਨੀਅਨ, ਸੰਯੁਕਤ ਰਾਜ ਅਤੇ ਚੀਨ ਤੋਂ ਬਾਅਦ ਚੰਦਰਮਾ ਦੀ ਸਤ੍ਹਾ ਤੇ ਪਹੁੰਚਣ ਵਾਲੇ ਪੁਲਾੜ ਯਾਨ ਨੂੰ ਲਾਂਚ ਕਰਨ ਵਾਲਾ ਭਾਰਤ ਚੌਥਾ ਦੇਸ਼ ਬਣਾ ਦਿੱਤਾ ਹੈ। ਉੱਥੇ ਬਰਫ਼ ਦੇ ਰੂਪ ਵਿੱਚ ਪਾਣੀ ਦੇ ਨਿਸ਼ਾਨ ਮਿਲਣ ਤੋਂ ਬਾਅਦ ਵਿਗਿਆਨੀ ਇਸ ਖੇਤਰ ਦੀ ਖੋਜ ਕਰਨ ਲਈ ਉਤਸੁਕ ਹੋ ਗਏ ਨੇ। ਇਸੇ ਸਾਲ ਅਪ੍ਰੈਲ ਵਿੱਚ ਸੰਯੁਕਤ ਰਾਸ਼ਟਰ ਨੇ ਘੋਸ਼ਣਾ ਕੀਤੀ ਕਿ ਭਾਰਤ ਚੀਨ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ ਜਿਸ ਦੀ ਅੰਦਾਜ਼ਨ 1.43 ਬਿਲੀਅਨ ਆਬਾਦੀ ਹੈ। ਚੀਨ ਨੇ ਇਹ ਖਿਤਾਬ ਕਰੀਬ ਇੱਕ ਸਦੀ ਤੋਂ ਆਪਣੇ ਕੋਲ ਰੱਖਿਆ ਹੈ। ਸੰਯੁਕਤ ਰਾਸ਼ਟਰ ਨੇ ਜਨਸੰਖਿਆ ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਭਾਰਤ ਦਹਾਕਿਆਂ ਤੱਕ ਇਸ ਸਥਿਤੀ ਨੂੰ ਬਰਕਰਾਰ ਰੱਖੇਗਾ ਕਿਉਂਕਿ ਚੀਨ ਦੀ ਆਬਾਦੀ ਘਟਦੀ ਜਾ ਰਹੀ ਹੈ ਅਤੇ ਉਮਰ ਵੱਧ ਰਹੀ ਹੈ। ਅਨੁਮਾਨਾਂ ਤੋਂ ਪਤਾ ਲੱਗਦਾ ਹੈ ਕਿ ਮੱਧ ਸਦੀ ਤੱਕ ਚੀਨ ਦੀ ਆਬਾਦੀ 100 ਮਿਲੀਅਨ ਤੱਕ ਘਟ ਸਕਦੀ ਹੈ। ਮੱਧ ਉਮਰ ਵਿੱਚ ਮਹੱਤਵਪੂਰਨ ਵਾਧੇ ਦੇ ਨਾਲ ਇਸ ਦੇ ਉਲਟ ਭਾਰਤ ਦੀ ਇੱਕ ਛੋਟੀ ਔਸਤ ਉਮਰ ਦੇ ਨਾਲ ਲਗਭਗ 1.7 ਬਿਲੀਅਨ ਤੱਕ ਪਹੁੰਚਣ ਦੀ ਉਮੀਦ ਹੈ ਜਿਸ ਨਾਲ ਆਰਥਿਕ ਵਿਕਾਸ ਨੂੰ ਚਲਾਉਣ ਵਾਲੇ ਜਨਸੰਖਿਆ ਲਾਭ ਅੰਸ਼ ਦੀ ਚਰਚਾ ਛਿੜਦੀ ਹੈ। ਬਦਲਦੀ ਜਨਸੰਖਿਆ ਚੀਨ ਲਈ ਚੁਣੌਤੀਆਂ ਖੜੀਆਂ ਕਰਦੀ ਹੈ। ਸਮਾਜਿਕ ਸੁਰੱਖਿਆ ਸ਼ੁੱਧ ਨਿਵੇਸ਼ਾਂ ਦੀ ਲੋੜ ਹੁੰਦੀ ਹੈ ਜਦੋਂ ਕਿ ਭਾਰਤ ਨਿਰੰਤਰ ਵਿਕਾਸ ਦੇ ਮੌਕੇ ਦੇਖਦਾ ਹੈ। ਤੇ ਸਨ ਅਮਰੀਕਾ ਵਿੱਚ ਵਾਪਰੀਆਂ ਪੂਰੇ ਸਾਲ ਦੀਆਂ ਗਤੀਵਿਧੀਆਂ। ਇਸ ਦੇ ਨਾਲ ਹੀ ਮੈਨੂੰ ਰਚਨਾ ਸੇਵਕ ਨੂੰ ਦੇ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।